ਗੁੱਡ ਮਾਰਨਿੰਗ ਦੋਸਤੋ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਹੋਪ ਸੋ ਤੁਹਾਡੀ ਨੇਬ ਤਹਿਸੀਲਦਾਰ ਦੀ ਐਗਜ਼ਾਮ ਦੀ ਪ੍ਰੀਪਰੇਸ਼ਨ ਬਹੁਤ ਵਧੀਆ ਚੱਲ ਰਹੀ ਹੋਣੀ ਹੈ। ਜਿਵੇਂ ਕਿ ਅਸੀਂ ਸੀਰੀਜ਼ ਸਟਾਰਟ ਕੀਤੀ ਹੈ, 4 ਲੈਕਚਰ ਅਸੀਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। 5ਵਾਂ ਲੈਕਚਰ ਹੈ ਅੱਜ, ਔਰ ਅੱਜ ਅਸੀਂ ਜੋਗ੍ਰਾਫੀ ਦੇ ਰਿਲੇਟਡ ਸਾਰਾ ਦਾ ਸਾਰਾ ਲੈਕਚਰ ਹੋਏਗਾ। ਹੋਪ ਸੋ ਤੁਸੀਂ ਇਹਨੂੰ ਪਸੰਦ ਕਰੋਗੇ। ਅਗਰ ਕੋਈ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਆਉਂਦੀ ਹੈ, ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ। PDF ਵੀ ਪ੍ਰੋਵਾਈਡ ਕੀਤੀ ਜਾਵੇਗੀ ਟੈਲੀਗ੍ਰਾਮ ਚੈਨਲ 'ਤੇ। ਤੁਹਾਡੇ ਸਪੋਰਟ ਦੀ ਲੋੜ ਹੈਗੀ ਹੈ। ਅਸੀਂ ਸਾਰਾ ਦਾ ਸਾਰਾ ਸਿਲੇਬਸ ਜ਼ਰੂਰ ਪੂਰਾ ਕਰ ਲਵਾਂਗੇ ਆਪਣਾ। ਜਿੰਨੇ BPSC ਨੇ ਐਗਜ਼ਾਮ ਕੰਡਕਟ ਕਰਵਾਏ ਹਨ, ਉਹਨਾਂ ਸਾਰਿਆਂ ਦਾ ਅਸੀਂ ਐਨਾਲਿਸਿਸ ਕਰਦੇ ਪਏ ਹਾਂ। ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈ, ਵਾਟ ਇਜ਼ ਦੀ ਪਰਸੈਂਟੇਜ ਆਫ ਗਲੋਬਲ ਪ੍ਰੈਸੀਪੀਟੇਸ਼ਨ ਇਨ ਇੰਡੀਆ? ਭਾਰਤ ਵਿੱਚ ਵਿਸ਼ਵ ਵਿਆਪੀ ਮੀਂਹ ਵਰਨ ਦੀ ਪ੍ਰਤੀਸ਼ਤ ਕਿੰਨੀ ਹੈ? ਮਤਲਬ ਕਿ ਇੰਡੀਆ 'ਚ ਕਿੰਨੇ ਪ੍ਰਤੀਸ਼ਤ ਮੀਂਹ ਵਰਦਾ ਹੈ, ਦੈਟ ਇਜ਼ ਚੌਥੇ ਨੰਬਰ 'ਤੇ ਹੈ। ਸੈਕਿੰਡ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਸਟੇਟ ਇਜ਼ ਨੋਟ ਹੈਵਿੰਗ ਜ਼ੂਮਿੰਗ ਟਾਈਪ ਆਫ ਫਾਰਮਿੰਗ? ਹੇਠ ਲਿਖਿਆਂ ਵਿੱਚ ਕਿਹੜੇ ਰਾਜ ਵਿੱਚ ਖੇਤੀ ਦੀ ਲੂਮਿੰਗ ਕਿਸਮ ਨਹੀਂ ਹੈ? ਸੋ ਅਸਾਮ, ਨਾਗਾਲੈਂਡ ਐਂਡ ਮਿਜ਼ੋਰਮ ਸਾਰਿਆਂ ਵਿੱਚ ਹੁੰਦੀ ਹੈ। ਹਰਿਆਣਾ ਇਹੋ ਜਿਹੀ ਸਟੇਟ ਹੈ ਜਿੱਥੇ ਜ਼ੂਮਿੰਗ ਟਾਈਪ ਆਫ ਫਾਰਮਿੰਗ ਨਹੀਂ ਕੀਤੀ ਜਾਂਦੀ ਹੈ। ਥਰਡ ਸਾਡਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਏਰੀਆ ਸੂਟੇਬਲ ਫॉर ਐਗਰੀਕਲਚਰ ਇਨ ਇੰਡੀਆ? ਐਗਰੀਕਲਚਰ ਦੇ ਲਈ ਸਭ ਤੋਂ ਵਧੀਆ ਕਿਹੜਾ ਜਿਹੜਾ ਇਲਾਕਾ ਮੰਨਿਆ ਜਾਂਦਾ ਹੈਗਾ? ਕਿਹੜਾ ਇਲਾਕਾ ਖੇਤੀ ਲਈ ਢੁਕਵਾਂ ਹੈ? A ਆਪਸ਼ਨ ਬਾਬਰ, B ਤੇਰਾਈ, C ਥਾਰ ਐਂਡ D ਬਾਂਗਰ। ਔਰ ਇਹਦਾ ਆਨਸਰ ਹੈਗਾ ਤਰਾਈ। ਤਰਾਈ ਇਹੋ ਜਿਹੀ ਜਿਹੜੀ ਮਿੱਟੀ ਮੰਨੀ ਜਾਂਦੀ ਹੈ ਕਿਸਮ ਦੀ, ਜਿਹੜੀ ਕਿ ਏਰੀਆ ਸਭ ਤੋਂ ਵਧੀਆ ਸੂਟੇਬਲ ਹੁੰਦਾ ਹੈ ਐਗਰੀਕਲਚਰ ਦੇ ਲਈ। ਫੋਰਥ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਸਟੇਟ ਇਜ਼ ਨੋਟ ਏ ਵੀਟ ਪ੍ਰੋਡਿਊਸਿੰਗ ਸਟੇਟ? ਹੇਠ ਲਿਖਿਆਂ ਵਿੱਚ ਕਿਹੜਾ ਰਾਜ ਕਣਕ ਉਤਪਾਦਕ ਰਾਜ ਨਹੀਂ ਹੈ, ਜਿੱਥੇ ਕਣਕ ਪ੍ਰੋਡਿਊਸ ਨਹੀਂ ਕੀਤੀ ਜਾਂਦੀ ਹੈ? ਔਰ ਉਹਦੀ ਆਨਸਰ ਹੈਗਾ ਕੇਰਲਾ। ਕੇਰਲਾ ਇਹੋ ਜਿਹੀ ਜਗ੍ਹਾ ਹੈਗੀ ਹੈ ਜਿੱਥੇ ਕਣਕ ਪ੍ਰੋਡਿਊਸ ਨਹੀਂ ਕੀਤੀ ਜਾਂਦੀ ਹੈ। ਬਾਕੀ ਪੰਜਾਬ, UP ਐਂਡ MP ਸਾਰਿਆਂ ਵਿੱਚ ਕੀਤੀ ਜਾਂਦੀ ਹੈ। ਕੋਕੋਨਟ ਇਜ਼ ਪ੍ਰੋਡਿਊਸਡ ਇਨ? ਕੋਕੋਨਟ ਕਿੱਥੇ ਪਾਏ ਜਾਂਦੇ ਹਨ? B ਤੇ C ਦੋਨੋਂ ਆਪਸ਼ਨਸ ਕੇਰਲਾ ਅਤੇ ਤਾਮਿਲਨਾਡੂ ਦੋਨਾਂ ਵਿੱਚ ਪਾਏ ਜਾਂਦੇ ਹਨ। ਔਰ ਅਗਲਾ ਕੁਐਸਚਨ ਹੈ, ਵਿਚ ਇਜ਼ ਅ ਰਬੀ ਕਰੋਪ? ਔਰ ਰੱਬੀ ਫਸਲ ਕਿਹੜੀ ਹੈ? ਵੀਟ, ਮੇਜ਼, ਬਾਜਰਾ ਜਾਂ ਫਿਰ ਜੂਟ? ਇਹਨਾਂ ਵਿੱਚ ਹੈਗੀ ਹੈ ਕਣਕ, ਦੈਟ ਇਜ਼ ਵੀਟ। ਔਰ ਅਗਰ ਮੈਂ ਤੁਹਾਨੂੰ ਇਹਦੀ ਟ੍ਰਿਕ ਦੱਸਾਂ ਨਾ, ਜਿੱਦਾਂ ਕਿ ਅਸੀਂ ਭੁੱਲ ਜਾਂਦੇ ਹਾਂ ਨਾ ਕਿ ਰਬੀ ਕਰੋਪਸ ਕਿਹੜੀ ਹੈ, ਖਰੀਫ ਕਰੋਪ ਕਿਹੜੀ ਹੈ। ਸਿਰਫ ਇੱਕ ਨਾਮ ਯਾਦ ਰੱਖੋ, ਦੈਟ ਇਜ਼ ਰਵੀ, ਮਤਲਬ ਕਿ ਰੱਬ ਦੇ ਨਾਮ ਨਾਲ ਰਿਲੇਟਡ ਹੈਗੀ ਹੈ। ਔਰ ਰੱਬ ਦਾ ਨਾਮ ਮੋਸਟਲੀ ਅਸੀਂ ਪੰਜਾਬ ਦੇ ਵਿੱਚ ਜਦੋਂ ਕਣਕ ਵੱਢੀ ਜਾਂਦੀ ਹੈ ਔਰ ਅਪ੍ਰੈਲ ਮਹੀਨੇ ਵਿੱਚ ਵਿਸਾਖੀ ਮਨਾਈ ਜਾਂਦੀ ਹੈ, ਉਹਦੇ ਨਾਲ ਰਿਲੇਟ ਕਰ ਲਓ। ਰੱਬ ਮਤਲਬ ਕਿ ਇਹ ਵਿਸਾਖੀ ਨਾਲ ਰਿਲੇਟ ਕਰ ਲਓ ਇਹਨੂੰ, ਰੱਬ ਦਾ ਨਾਮ ਜਪਣਾ। ਅਤੇ ਉਹਦੇ ਵਿੱਚ ਅਸੀਂ ਕਦੋਂ ਕਿਹੜੀ ਖੁਸ਼ੀ ਵਿੱਚ ਅਸੀਂ ਇਹ ਤਿਉਹਾਰ ਮਨਾਉਂਦੇ ਹਾਂ? ਕਣਕਾਂ ਨੂੰ ਵੱਢ ਕੇ ਲੋਕ ਕਿਸਾਨ ਬਹੁਤ ਖੁਸ਼ੀ ਮਨਾਉਂਦੇ ਨੇ। ਸੋ ਕਿਹੜੀ ਫਸਲ ਦੀ ਵਢਾਈ ਕਰਦੇ ਨੇ? ਕਣਕ ਦੀ। ਸੋ ਇੱਕ ਟ੍ਰਿਕ ਹੀ ਹੈ ਮਾਈਂਡ 'ਚ ਰੱਖਣ ਦੀ, ਇੱਕ ਜ਼ਰੀਆ ਦੱਸ ਰਹੀ ਹਾਂ ਤੁਹਾਨੂੰ। ਔਰ ਰਬੀ ਕਰੋਪ ਕਿਹਦੇ ਨਾਲ ਰਿਲੇਟਡ ਹੈਗੀ ਹੈ? ਵੀਟ ਕਰੋਪ ਦੇ ਨਾਲ। ਔਰ ਮੇਜ਼, ਬਾਜਰਾ, ਜੂਟ ਬਾਕੀ ਸਾਰੀਆਂ ਆਪਸ਼ਨਸ ਨਹੀਂ ਹਨ। ਆਇਡੈਂਟੀਫਾਈ ਦੀ ਨੋਨ ਫੂਡ ਕਰੋਪ, ਮਤਲਬ ਕਿ ਗੈਰ ਖਾਦ ਫਸਲ ਦੀ ਪਹਿਚਾਣ ਕਰੋ। ਰਬੜ, ਪਟਸਨ, ਕਪਾਹ, ਇਹ ਸਾਰੀਆਂ ਕੀ ਹੈ? ਨੋਨ ਫੂਡ ਹੈਗੀਆਂ, ਇਹਨਾਂ ਤੋਂ ਕੋਈ ਫੂਡ ਪ੍ਰਾਪਤ ਨਹੀਂ ਹੁੰਦਾ ਹੈ। ਆਲ ਆਫ ਦੀਸ ਆਪਸ਼ਨ ਆਏਗੀ ਦਾ। ਅਗਲਾ ਕੁਐਸਚਨ ਹੈ, ਹਾਊ ਜਿਓਗ੍ਰਾਫਰ ਟੇਕ ਇੰਟਰਸਟ ਇਨ ਮਿਨਰਲਸ? ਭੂਗੋਲ ਸ਼ਾਸਤਰੀ ਖਣਿਜਾਂ ਵਿੱਚ ਕਿਵੇਂ ਰੁਚੀ ਰੱਖਦੇ ਹਨ? ਹਾਊ ਜਿਓਗ੍ਰਾਫਰ ਟੇਕ ਇੰਟਰਸਟ ਇਨ ਮਿਨਰਲਸ? ਔਰ ਇਹ ਆਪਸ਼ਨ ਹੈਗੀ ਹੈ, ਫੋਰਮੇਸ਼ਨ ਆਫ ਮਿਨਰਲਸ, ਖਣਿਜਾਂ ਦੀ ਬਣਤਰ ਕਰਕੇ, ਐਜ਼ ਪਾਰਟ ਆਫ ਦੀ ਅਰਥ ਕਰਸਟ, ਧਰਤੀ ਦੀ ਪੇਪੜੀ ਦੇ ਹਿੱਸੇ ਦੇ ਤੌਰ 'ਤੇ, ਜਾਂ ਫਿਰ ਡਿਟਰਮਾਈਨ ਦੀ ਫਿਜ਼ੀਕਲ ਕੰਪੋਜੀਸ਼ਨ, ਭੂਗੋਲਿਕ ਬਣਤਰ ਮੁਕਰਨ ਵਾਸਤੇ, ਐਂਡ ਡਿਟਰਮਾਈਨ ਕੈਮੀਕਲ ਕੰਪੋਜੀਸ਼ਨ, ਰਸਾਇਣਿਕ ਬਣਤਰ ਵਾਸਤੇ। ਜਿਓਗ੍ਰਾਫਰ ਹੈਗੇ ਆ, ਮਿਨਰਲਸ ਦੇ ਬਾਰੇ ਉਹਨਾਂ ਨੇ ਕਿਉਂ ਆਇਆ ਹੈ? ਜੋ ਖਣਿਜ ਹੈਗੇ, ਕਿਉਂਕਿ B ਆਪਸ਼ਨ ਹੈਗੇ ਆ, ਦੈਟ ਇਜ਼ ਕਿ ਇਹ ਸਾਡੇ ਜੋ ਧਰਤੀ ਦੀ ਕਰਸਟ ਦਾ ਪਾਰਟ ਨੇ। ਮਿਨਰਲ ਧਰਤੀ ਦੀ ਕਿਹੜੀ ਪਰਤ ਦਾ ਪਾਰਟ ਨੇ? ਕਰਸਟ ਦਾ ਪਾਰਟ ਨੇ। ਇਸ ਕਰਕੇ ਇਹਦੇ ਵਿੱਚ ਇੰਟਰਸਟ ਆਇਆ ਜਿਓਗ੍ਰਾਫਰ ਨੂੰ ਮਿਨਰਲਸ ਦੇ ਵਿੱਚ, ਖਣਿਜਾਂ ਦੇ ਵਿੱਚ। ਵਿਚ ਸਟੇਟ ਡੋਮੀਨੇਟਸ ਇਨ ਪ੍ਰੋਡਕਸ਼ਨ ਆਫ ਆਇਰਨ ਔਰ? ਸਭ ਤੋਂ ਵੱਧ ਜਿਹੜਾ ਕੱਚੇ ਲੋਹੇ ਦਾ ਉਤਪਾਦਨ ਕਿੱਥੋਂ ਕੀਤਾ ਜਾਂਦਾ ਹੈ? ਦੈਟ ਇਜ਼ ਉੜੀਸਾ। ਇਹ ਤੁਸੀਂ ਯਾਦ ਰੱਖਣਾ ਹੈ, ਬਹੁਤ ਵਾਰ ਪੁੱਛਿਆ ਜਾਂਦਾ ਹੈ। ਕੱਚਾ ਲੋਹਾ ਕਿੱਥੇ ਹੁੰਦਾ ਹੈ? ਉੜੀਸਾ ਦੇ ਵਿੱਚ। ਵਿਚ ਸਟੇਟ ਡੋਮੀਨੇਟਸ ਇਨ ਪ੍ਰੋਡਕਸ਼ਨ ਆਫ ਕੋਪਰ? ਕੋਪਰ ਸਭ ਤੋਂ ਵੱਧ ਕਿੱਥੇ ਹੁੰਦਾ? ਦੈਟ ਇਜ਼ ਰਾਜਸਥਾਨ। ਠੀਕ ਹੈ, ਤੁਸੀਂ ਇਹ ਯਾਦ ਰੱਖਣਾ ਹੈ। ਕੱਚਾ ਲੋਹਾ ਆਏਗਾ ਤਾਂ ਤੁਸੀਂ ਉੜੀਸਾ ਲਗਾਉਣੀ ਹੈ ਆਪਸ਼ਨ। ਅਗਰ ਤੁਹਾਨੂੰ ਕੋਪਰ ਪੁੱਛਣਗੇ ਤਾਂ ਤੁਸੀਂ ਰਾਜਸਥਾਨ ਦੱਸਣਾ ਹੈ।
ਅਗਲਾ ਕੁਐਸਚਨ ਹੈ ਇਨ ਇੰਡੀਆ ਗੋਲਡ ਇਜ਼ ਫਾਊਂਡ ਇਨ, ਗੋਲਡ ਕਿੱਥੇ ਕਿੱਥੇ ਪਾਇਆ ਜਾਂਦਾ ਹੈਗਾ। ਹੁਣ ਦੇਖੋ ਜੀ, ਤੁਸੀਂ ਨਾਮ ਤਾਂ ਸਿਰਫ ਕੋਲਾਰ ਪੜ੍ਹਿਆ ਹੈਗਾ ਹੈ, ਤੁਸੀਂ ਸਿੱਧੀ ਆਪਸ਼ਨ ਕੋਲਾਰ ਲਗਾ ਦੇਣੀ ਹੈ, ਲੇਕਿਨ ਇਹ ਕੁਐਸਚਨ ਪਾਇਆ ਹੀ ਕਿਉਂ ਹੈ, ਬਿਕੋਜ਼ ਸਾਨੂੰ ਕਨਫਿਊਜ਼ ਕਰਨ ਲਈ ਕਿ ਸਾਨੂੰ ਬਾਕੀ ਜਗ੍ਹਾ ਦੇ ਨਾਮ ਨਹੀਂ ਪਤਾ ਹੈ। ਜੈਸੇ ਹੱਟੀ ਹੈਗਾ, ਜਿੱਦਾਂ ਕਿ ਰਾਮਗਿਰੀ ਹੈਗਾ, ਅਸੀਂ ਇਹਨਾਂ ਨਾਮ ਨਹੀਂ ਪਤਾ, ਲੇਕਿਨ ਇਹਦਾ ਆਂਸਰ ਹੈਗਾ ਆਲ ਆਫ ਦੀ ਅਬਵ ਆਪਸ਼ਨ ਆਏਗਾ। ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਕੰਟਰੀਬਿਊਟਸ 63% ਇੰਡੀਅਨ ਪੈਟਰੋਲੀਅਮ। 63% ਇੰਡੀਅਨ ਪੈਟਰੋਲੀਅਮ ਕਿੱਥੋਂ ਕੰਟਰੀਬਿਊਟ ਹੁੰਦਾ, ਦੈਟ ਇਜ਼ ਮੁੰਬਈ ਹਾਈ ਤੋਂ। ਐਂਡ ਵਿਚ ਇਜ਼ ਦੀ ਲੌਂਗੈਸਟ ਨੈਸ਼ਨਲ ਹਾਈਵੇ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਲੰਬਾ ਨੈਸ਼ਨਲ ਹਾਈਵੇ ਕਿਹੜਾ ਹੈਗਾ, ਦੈਟ ਇਜ਼ NH7। 7 ਦੇ ਨਾਮ ਤੋਂ ਯਾਦ ਰੱਖਣਾ ਹੈ ਨੰਬਰ। ਐਂਡ ਅਗਲਾ ਕੁਐਸਚਨ ਹੈ ਵੇਅਰ ਇਜ਼ ਦੀ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ਲੋਕੇਟਡ। ਚਰਨ ਸਿੰਘ, ਤੁਸੀਂ ਨਾਮ ਯਾਦ ਰੱਖੋ, ਕਿਸੇ ਰਿਲੇਟਿਵ ਦਾ ਚਰਨ ਸਿੰਘ ਨਾਮ ਹੋਏਗਾ, ਨਹੀਂ ਹੈ ਤਾਂ ਫਿਰ ਤੁਸੀਂ ਐਵੇਂ ਯਾਦ ਰੱਖ ਲਓ ਕਿ ਜਿਹੜਾ ਚੌਧਰੀ ਚਰਨ ਸਿੰਘ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਕਿੱਥੇ ਹੈਗਾ, ਦੈਟ ਇਜ਼ ਲਖਨਊ ਦੇ ਵਿੱਚ ਹੈਗਾ ਹੈ। ਠੀਕ ਹੈ। ਐਂਡ ਵਿਚ ਇਜ਼ ਦੀ ਲਾਰਜੈਸਟ ਪਬਲਿਕ ਸੈਕਟਰ ਅੰਡਰਟੇਕਿੰਗ ਇਨ ਇੰਡੀਆ। ਭਾਰਤ ਵਿੱਚ ਸਭ ਤੋਂ ਵੱਡਾ ਸਰਵਜਨਕ ਖੇਤਰ ਕਾਰੋਬਾਰ ਕਿਹੜਾ ਹੈ, ਰੇਲਵੇ ਦਾ। ਭਾਰਤ ਵਿੱਚ ਸਭ ਤੋਂ ਵੱਡਾ ਜਿਹੜਾ ਕਿ ਅੰਡਰਟੇਕਿੰਗ ਜਿਹੜਾ ਸੈਕਟਰ ਹੈਗਾ, ਦੈਟ ਇਜ਼ ਉਹ ਰੇਲਵੇ ਹੀ ਹੈ। ਅਗਲਾ ਕੁਐਸਚਨ ਹੈ ਵਿਚ ਰੇਲਵੇ ਗੋਡਸ ਇਜ਼ ਵਾਈਡਲੀ ਯੂਜ਼ਡ ਇਨ ਇੰਡੀਆ। ਕਿਹੜੀ ਰੇਲਵੇ ਪੱਟਰੀ ਭਾਰਤ ਸਭ ਤੋਂ ਵੱਧ ਪ੍ਰਯੋਗ ਕੀਤੀ ਜਾਂਦੀ ਹੈ, ਦੈਟ ਇਜ਼ ਬਰੋਡ, ਔਰ ਮਤਲਬ ਚੌੜੀ ਵਾਲੀ ਪੱਟੀ ਯੂਜ਼ ਕੀਤੀ ਜਾਂਦੀ ਹੈ। ਵਟ ਇਜ਼ ਇੰਡੀਅਨ ਪਾਪੂਲੇਸ਼ਨ ਸੈਂਸਿਸ 2011 ਦੇ ਵਿੱਚ, ਪੰਜਾਬ ਦੀ ਪਾਪੂਲੇਸ਼ਨ ਕਿੰਨੀ ਹੈ, ਦੈਟ ਇਜ਼ 277 ਲੱਖ ਨੇ। ਠੀਕ ਹੈ, ਇਹਨਾਂ ਨੂੰ ਐਵੇਂ ਯਾਦ ਰੱਖਣਾ ਹੈ ਤੁਸੀਂ। ਔਰ ਅੱਗੇ ਕੁਐਸਚਨ ਆ ਗਿਆ ਬਿਸਟ ਦੁਆਬ ਲਾਈਜ਼ ਬਿਟਵੀਨ। ਜਿਹੜਾ ਬਿਸਟ ਦੁਆਬ ਕਿਹਦੇ ਕਿਹਦੇ ਵਿੱਚ ਹੈਗਾ ਹੈ, ਔਰ ਇਹਦੇ ਨਾਮ ਤੋਂ ਹੀ ਤੁਹਾਨੂੰ ਮਿਲ ਜਾਣਾ B ਫੋਰ ਬਿਆਸ, S ਫੋਰ ਸਤਲੁਜ। ਤੁਸੀਂ ਹੋ ਸਕਦਾ ਤੁਹਾਨੂੰ ਭੁਲੇਖਾ ਪੈ ਜਾਏ ਸਿੰਧ ਦੇ ਵਿੱਚ, ਲੇਕਿਨ ਸਿੰਧ ਨਹੀਂ ਆਏਗਾ, ਬਿਆਸ ਤੇ ਸਤਲੁਜ ਹੀ ਆਉਣਗੇ। ਔਰ ਦੀ ਸਿਟੀ ਆਫ ਅੰਮ੍ਰਿਤਸਰ ਇਜ਼ ਲੋਕੇਟਡ ਇਨ। ਸਿਟੀ ਜਿਹੜੀ ਅੰਮ੍ਰਿਤਸਰ ਦੀ ਕਿਹੜੇ ਦੁਆਬ ਵਿੱਚ ਹੈਗੀ ਹੈ, ਦੈਟ ਇਜ਼ ਬਾਰੀ ਦੁਆਬ ਵਿੱਚ ਹੈਗੀ ਹੈ। ਇੱਕ ਵਾਰ ਫਿਰ ਤੋਂ ਰਿਪੀਟ ਕਰਦੀ ਹਾਂ, ਸਿਟੀ ਆਫ ਅੰਮ੍ਰਿਤਸਰ ਲੋਕੇਟਡ ਇਨ ਵਿਚ ਦੁਆਬ, ਦੈਟ ਇਜ਼ ਇਨ ਬਾਰੀ ਦੁਆਬ। ਅਗਲਾ ਕੁਐਸਚਨ ਹੈ ਵਟ ਇਜ਼ ਦੀ ਕ੍ਰੋਪਿੰਗ ਇੰਟੈਂਸਿਟੀ ਇਨ ਪੰਜਾਬ। ਪੰਜਾਬ ਦੇ ਵਿੱਚ ਖੇਤੀ ਦੀ ਤੀਬਰਤਾ ਕਿੰਨੀ ਹੈ, 191%। ਵਟ ਇਜ਼ ਅ ਰਿਕਾਰਡਡ ਫੋਰੈਸਟ ਏਰੀਆ ਇਨ ਪੰਜਾਬ। ਪੰਜਾਬ ਦੇ ਵਿੱਚ ਕਿੰਨਾ ਫੋਰੈਸਟ ਏਰੀਆ, ਦੈਟ ਇਜ਼ 6% ਫੋਰੈਸਟ ਏਰੀਆ ਪਾਇਆ ਜਾਂਦਾ ਹੈ। ਵਿਚ ਆਫ ਦੀ ਫੋਲੋਇੰਗ ਇਜ਼ ਦ ਰੀਜਨ ਕਾਲਡ ਚੰਗਰ, ਮਤਲਬ ਚੰਗਾਰ ਜਿਹੜਾ ਹੈਗਾ ਉਹ ਕਿਹੜੇ ਖੇਤਰ ਨੂੰ ਕਹਿੰਦੇ ਆ, ਅਨੰਦਪੁਰ ਸਾਹਿਬ ਨੂੰ ਕਹਿੰਦੇ ਆ। ਠੀਕ ਹੈ। ਅਗਲਾ ਕਿ ਵੇਅਰ ਇਜ਼ ਹਰੀਕੇ ਵੈਟਲੈਂਡ ਸਿਚੁਏਟਡ। ਤੁਸੀਂ ਜਾਣਦੇ ਹੋ ਕਿ ਬਹੁਤ ਹੀ ਜ਼ਿਆਦਾ ਫੇਮਸ ਕੁਐਸਚਨ ਹੈ, ਇਹਨਾਂ ਤੋਂ ਸਟਾਰ ਮਾਰਕਸ ਲਗਾ ਲਓ। ਇਹ ਆਏਗਾ ਹੀ ਆਏਗਾ ਕਿ ਹਰੀਕੇ ਵੈਟਲੈਂਡ ਕਿੱਥੇ ਸਿਚੁਏਟਡ, ਦੈਟ ਇਜ਼ ਤਰਨਤਾਰਨ ਜ਼ਿਲ੍ਹੇ ਵਿੱਚ ਹੈਗਾ ਹੈ। ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, ਜਿਹੜਾ ਕਿ ਹਰੀਕੇ ਵੈਟਲੈਂਡ ਕਿੱਥੇ ਸਥਿਤ ਹੈਗਾ, ਤਰਨਤਾਰਨ ਡਿਸਟ੍ਰਿਕਟ ਵਿੱਚ ਸਥਿਤ ਹੈਗਾ। ਵਿਚ ਏਰੀਆ ਹੈਜ਼ ਸੈਲਾਈਨ ਸੋਇਲ ਇਨ ਪੰਜਾਬ। ਹੇਠਲੇ ਕਿਹੜੇ ਇਲਾਕੇ ਵਿੱਚ ਖਾਰੀ ਮਿੱਟੀ ਹੈ। ਖਾਰੀ ਮਿੱਟੀ ਹੈਗੀ ਹੈ A ਤੇ B ਦੋਨਾਂ ਵਿੱਚ, ਫਾਜ਼ਿਲਕਾ ਵਿੱਚ ਵੀ ਪਾਈ ਜਾਂਦੀ ਹੈ ਤੇ ਬਠਿੰਡੇ ਵਿੱਚ ਵੀ ਪਾਈ ਜਾਂਦੀ ਹੈ। ਵਿਚ ਕ੍ਰੋਪ ਬਾਈ ਏਰੀਆ ਇਜ਼ ਪ੍ਰੀਡੋਮੀਨੈਂਟ ਇਨ ਪੰਜਾਬ। ਖੇਤਰ ਦੁਆਰਾ ਪੰਜਾਬ ਵਿੱਚ ਕਿਹੜੀ ਫਸਲ ਪ੍ਰਮੁੱਖ ਹੈ, ਖੇਤੀ ਦੇ ਅਨੁਸਾਰ ਕਿਹੜੀ ਸਭ ਤੋਂ ਵੱਧ ਜਿਹੜੀ ਖੇਤੀ ਕੀਤੀ ਜਾਂਦੀ ਹੈ, ਦੈਟ ਇਜ਼ ਵੀਟ ਦੀ ਕੀਤੀ ਜਾਂਦੀ ਹੈ। ਇਹਨਾਂ ਨੂੰ ਦੇਖ ਲਓ, ਰਾਈਸ ਨੂੰ ਪਿੱਛੇ ਛੱਡਤਾ, ਵੀਟ ਨੂੰ ਤੁਸੀਂ ਪ੍ਰੈਫਰੈਂਸ ਦੇਣੀ ਹੈ ਉੱਥੇ ਜਾ ਕੇ। ਵਿਚ ਆਫ ਦੀ ਫੋਲੋਇੰਗ ਮਿਨਰਲਸ ਇਜ਼ ਇਨ ਪੰਜਾਬ। ਪੰਜਾਬ 'ਚ ਕਿਹੜੇ ਕਿਹੜੇ ਮਿਨਰਲਸ ਪਾਏ ਜਾਂਦੇ ਹਨ, ਸੈਂਡਸਟੋਨ, ਰੇਤ, ਬਜਰੀ, ਗ੍ਰੈਵਲਸ ਮਤਲਬ ਰੋੜੀ, ਇਹਨਾਂ ਮਤਲਬ ਇਹਦਾ ਹੈਗਾ ਉਪਰੋਕਤ ਸਾਰੇ ਸਭ ਕੁਛ ਹੀ ਪਾਇਆ ਜਾਂਦਾ ਪੰਜਾਬ ਦੇ ਵਿੱਚ। ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਇਜ਼ ਸਿਚੁਏਟਡ ਐਟ। ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਕਿੱਥੇ ਸਥਿਤ ਹੈਗੀ ਹੈ, ਦੈਟ ਇਜ਼ ਲੁਧਿਆਣੇ ਦੇ ਵਿੱਚ। ਐਨੀਮਲਸ ਦੇ ਨਾਲ ਰਿਗਾਰਡਿੰਗ ਹੈਗੀਆਂ ਯੂਨੀਵਰਸਿਟੀਜ਼ ਇਹ ਦੋਨੋਂ, ਔਰ ਤੁਸੀਂ ਕੀ ਆਨਸਰ ਦੇਣਾ, ਲੁਧਿਆਣੇ ਦੇ ਵਿੱਚ ਸਥਿਤ ਹੈਗੀਆਂ। ਵੇਅਰ ਇਜ਼ ਦੀ ਆਫਿਸ ਆਫ ਪੰਜਾਬ ਟਰੈਕਟਰ ਸਿਚੁਏਟਡ ਇਨ ਪੰਜਾਬ। ਪੰਜਾਬ ਟਰੈਕਟਰ ਦਾ ਜਿਹੜਾ ਹੈਗਾ ਆਫਿਸ ਕਿੱਥੇ ਸਥਿਤ ਹੈਗਾ ਪੰਜਾਬ ਦੇ ਵਿੱਚ, ਮੋਹਾਲੀ ਦੇ ਵਿੱਚ। ਵਿਚ ਰੇਲਵੇ ਲਾਈਨ ਇਜ਼ ਨੋਨ ਐਗਜ਼ਿਸਟ ਇਨ ਪੰਜਾਬ। ਪੰਜਾਬ ਵਿੱਚ ਕਿਹੜੀ ਰੇਲਵੇ ਲਾਈਨ ਗੈਰ ਮੌਜੂਦ ਹੈਗੀ ਹੈ, ਔਰ ਪੱਟੀ ਫਿਰੋਜ਼ਪੁਰ ਦੀ ਕੋਈ ਰੇਲਵੇ ਲਾਈਨ ਨਹੀਂ ਹੈਗੀ ਹੈ। ਬਠਿੰਡਾ ਨਰਵਾਣਾ ਵਿੱਚ ਤਾਂ ਹੈਗੀ ਹੈ। ਅੰਮ੍ਰਿਤਸਰ ਤਰਨਤਾਰਨ ਤੱਕ ਵੀ ਰੇਲ ਵਿਛੀ ਹੋਈ ਹੈ, ਫਿਰੋਜ਼ਪੁਰ ਅੰਬਾਲਾ ਵਿੱਚ ਵੀ ਹੈਗੀ ਹੈ, ਲੇਕਿਨ ਪੱਟੀ ਫਿਰੋਜ਼ਪੁਰ ਵਿੱਚ ਨਹੀਂ ਹੈ। ਇਹ ਆਪਸ਼ਨ ਸਾਡੀ ਗਲਤ ਹੈਗੀ ਹੈ। ਵਟ ਡਜ਼ ਅਬੋਇਟਿਕ ਪਾਰਟ ਇਨਕਲੂਡ ਇਨ ਦੀ ਈਕੋਸਿਸਟਮ। ਪਰਿਆਵਰਨ ਵਿੱਚ ਸ਼ਾਮਿਲ ਅਜੈਵਿਕ ਹਿੱਸਾ ਕੀ ਹੈ, ਮਤਲਬ ਕਿ ਅਬਾਇਓਟਿਕ ਜਿਹੜਾ ਜਿੰਦਾ ਨਹੀਂ ਹੈ, ਅਜੈਵਿਕ ਹੈਗਾ ਹੈ, ਉਹ ਹੈਗਾ ਏਅਰ, ਸੋਇਲ ਐਂਡ ਵਾਟਰ, ਸਾਰੇ ਦੇ ਸਾਰੇ ਕੀ ਹੈਗੇ ਏਬਾਇਓਟਿਕ ਪਾਰਟ ਨੇ। ਡੈਸੀਬਲ ਇਜ਼ ਦੀ ਸਟੈਂਡਰਡ ਫੋਰ ਮੇਜ਼ਰਮੈਂਟ ਆਫ। ਡੈਸੀਮਲ ਜਿਹੜਾ ਕਿ ਇਹਦੇ ਇਕਾਈ ਹੈਗੀ ਹੈ, ਦੈਟ ਇਜ਼ ਨੋਇਸ ਦੀ ਇਕਾਈ ਹੈਗੀ ਹੈ।
ਵੇਅਰ ਇਜ਼ ਦੀ ਕਿਊਟੋ ਪ੍ਰੋਟੋਕਾਲ ਅਡੋਪਟਡ ਇਨ 1997 ਜਿਹੜਾ ਕਿਊਟੋ ਪ੍ਰੋਟੋਕਾਲ ਸੀ 1997 ਵਿੱਚ ਕਿੱਥੇ ਉਹਨਾਂ ਨੇ ਅਡੋਪਟ ਕੀਤਾ, ਦੈਟ ਇਜ਼ ਜਾਪਾਨ ਵਾਲਿਆਂ ਨੇ। ਦੀ ਓਜ਼ੋਨ ਲੇਅਰ ਕਿਹੜੀ ਲੋਕੇਟਡ ਇਨ ਓਜ਼ੋਨ ਲੇਅਰ ਕਿਹੜੀ ਲੇਅਰ ਵਿੱਚ ਹੁੰਦੀ ਹੈ ਹਵਾ ਦੀ, ਦੈਟ ਇਜ਼ ਸਟ੍ਰੈਟੋਸਫੀਅਰ ਵਿੱਚ ਹੁੰਦੀ ਹੈ। ਐਵੇਂ ਤੁਸੀਂ ਯਾਦ ਰੱਖਣਾ ਹੈ, ਬਹੁਤ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਹੈ ਓਜ਼ੋਨ ਲੇਅਰ ਕਿਹੜੀ ਲੇਅਰ ਵਿੱਚ ਹੁੰਦੀ ਹੈ, ਦੈਟ ਇਜ਼ ਸਟ੍ਰੈਟੋਸਫੀਅਰ ਵਿੱਚ। ਹੂ ਪ੍ਰਪੋਜ਼ ਦੀ ਬਿਗ ਬੈਂਗ ਥਿਊਰੀ, ਬਿਗ ਬੈਂਗ ਥਿਊਰੀ ਕਿਸ ਨੇ ਪ੍ਰਪੋਜ਼ ਕੀਤੀ, ਦੈਟ ਇਜ਼ ਜਿਓਰਜ ਲੈਮੇਟਰੀ ਨੇ, ਜਿਓਰਜ ਲੈਮੇਟਰੀ ਨੇ ਜਿਹੜੀ ਬਿਗ ਬੈਂਗ ਥਿਊਰੀ ਪ੍ਰਪੋਜ਼ ਕੀਤੀ। ਵਟ ਇਜ਼ ਦੀ ਪੀਰੀਅਡ ਆਫ ਹੈਲੋਸੀਨ ਇਪੋਕ, ਹੈਲੋਸੀਨ ਇਪੋਕ ਦਾ ਕਾਰਿਆਕਾਲ ਕਿੰਨਾ ਹੁੰਦਾ ਹੈ, ਦੈਟ ਇਜ਼ 10,000 ਜਦੋਂ ਸਾਲ ਬੀਤ ਜਾਂਦੇ ਹਨ ਉਹਨੂੰ ਅਸੀਂ ਕਹਿੰਦੇ ਹਾਂ ਹੈਲੋਸੀਨ ਐਪੋਕ। ਟੋਪ ਲੇਅਰ ਆਫ ਅਰਥ ਇਜ਼ ਨਾਉਨ ਐਜ਼, ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਕੀ ਕਹਿੰਦੇ ਆ, ਦੈਟ ਇਜ਼ ਕਰਸਟ। ਵਿਚ ਰੌਕਸ ਆਰ ਅਬੰਡੈਂਟ ਇਨ ਦੀ ਅਰਥ ਕਰਸਟ, ਧਰਤੀ ਦੇ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਕਿਹੜੀ ਪਰਤ ਹੈਗੀ ਹੈ ਕਰਸਟ ਵਿੱਚ, ਦੈਟ ਇਜ਼ ਇਗਨਸ ਜਿਹੜੀਆਂ ਰੌਕਸ ਹੈ ਸਭ ਤੋਂ ਵੱਧ ਪਾਈਆਂ ਜਾਂਦੀਆਂ ਨੇ। ਵਿਚ ਪਲੈਨਟ ਇਜ਼ ਲਾਰਜੈਸਟ ਇਨ ਡਾਇਆਮੀਟਰ, ਸਭ ਤੋਂ ਵੱਧ ਡਾਇਆਮੀਟਰ ਵਾਲਾ ਕਿਹੜਾ ਪਲੈਨਟ ਹੈ, ਦੈਟ ਇਜ਼ ਜੂਪੀਟਰ। ਵਿਚ ਪਲੈਨਟ ਹੈ ਸਮੋਲੈਸਟ ਈਅਰ ਇਨ ਅਰਥ ਟਾਈਮ, ਸਭ ਤੋਂ ਘੱਟ ਜਿਹੜਾ ਹੈਗਾ ਹੈ ਅਰਥ ਟਾਈਮ ਮਤਲਬ ਕਿ ਸਮੇਂ ਧਰਤੀ ਸਮੇਂ ਵਿੱਚ ਕਿਹੜੇ ਗ੍ਰਹਿ ਦਾ ਸਭ ਤੋਂ ਗ੍ਰਹਿ ਦਾ ਸਾਲ ਸਭ ਤੋਂ ਛੋਟਾ ਹੈ, ਮਤਲਬ ਕਿ ਸਭ ਤੋਂ ਛੋਟਾ ਕਾਲ ਵਿੱਚ ਆਪਣਾ ਕੀ ਕਹਿੰਦਾ ਸੂਰਜ ਦੁਆਲੇ ਚੱਕਰ ਕੱਟ ਲੈਂਦਾ, ਦੈਟ ਇਜ਼ ਮਰਕਰੀ, ਕਿਉਂਕਿ ਪਹਿਲੇ ਨੰਬਰ 'ਤੇ ਹੈਗਾ ਹੈ। ਵਿਚ ਓਸ਼ਨ ਇਜ਼ ਡੀਪੈਸਟ ਔਨ ਦੀ ਅਰਥ, ਅਰਥ ਦੇ ਸਭ ਤੋਂ ਡੂੰਘਾ ਵਾਲਾ ਓਸ਼ਨ ਕਿਹੜਾ ਹੈ, ਦੈਟ ਇਜ਼ ਪੈਸੀਫਿਕ। ਵਿਚ ਇਜ਼ ਦੀ ਥਰਡ ਲਾਰਜੈਸਟ ਓਸ਼ਨ ਔਨ ਅਰਥ, ਤੀਸਰੇ ਨੰਬਰ 'ਤੇ ਲਾਰਜੈਸਟ ਓਸ਼ਨ ਕਿਹੜਾ ਹੈ, ਇੰਡੀਅਨ ਓਸ਼ਨ ਹੈਗਾ। ਵਟ ਇਜ਼ ਕੰਪੋਜੀਸ਼ਨ ਆਫ ਆਇਰਨ ਇਨ ਅਰਥ, ਅਰਥ ਦੇ ਵਿੱਚ ਆਇਰਨ ਦੀ ਕਿੰਨੀ ਮਾਤਰਾ ਹੈਗੀ, ਦੈਟ ਇਜ਼ 35%। ਵਿਚ ਕੌਂਟੀਨੈਂਟ ਇਜ਼ ਦ ਸਮੋਲੈਸਟ ਔਨ ਦੀ ਅਰਥ, ਅਰਥ ਵਿੱਚ ਸਭ ਤੋਂ ਛੋਟਾ ਕੌਂਟੀਨੈਂਟ ਕਿਹੜਾ ਹੈਗਾ, ਆਸਟ੍ਰੇਲੀਆ। ਵਿਚ ਲੈਂਗੁਏਜ ਇਜ਼ ਦੀ ਵਰਡ ਸੁਨਾਮੀ ਡਰਾਈਵਡ, ਸੁਨਾਮੀ ਵਰਡ ਕਿਹੜੀ ਲੈਂਗੁਏਜ ਤੋਂ ਡਰਾਈਵ ਕੀਤਾ ਗਿਆ ਹੈ, ਦੈਟ ਇਜ਼ ਜੈਪਨੀਜ਼ ਲੈਂਗੁਏਜ 'ਤੇ। ਇਹ ਲੈਂਡ ਮੈਸ ਸਰਾਊਂਡਡ ਬਾਈ ਦੀ ਸੀ ਔਨ 3 ਸਾਈਡ ਇਨ ਨਾਊਨ ਐਜ਼, ਕਹਿੰਦੇ ਕਿ ਧਰਤੀ ਦਾ ਇਹੋ ਜਿਹਾ ਹਿੱਸਾ ਜੋ 3 ਪਾਸਿਆਂ ਤੋਂ ਸਮੁੰਦਰ ਤੋਂ ਘਿਰਿਆ ਹੋਇਆ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਾਂ ਅਸੀਂ, ਪ੍ਰਾਇਦੀਪ ਕਹਿੰਦੇ ਹਾਂ, ਜਾਂ ਫਿਰ ਇਹਨੂੰ ਪੈਨਿਨਸੂਲਾ ਕਹਿੰਦੇ ਹਾਂ। ਅਲ ਨੀਨਾ ਕੀ ਹੁੰਦਾ ਹੈ, ਅਲ ਨੀਨਾ ਦਾ ਮਤਲਬ ਹੈਗਾ ਹੈ ਵਾਰਮ ਓਸ਼ਨ ਕਰੰਟ। ਅਲ ਨੀਨਾ ਤੇ ਲਾ ਨੀਨਾ ਦੋਨੋਂ ਹੁੰਦੇ ਨੇ, ਤੁਸੀਂ ਇੱਥੇ ਸਿਰਫ ਅਸੀਂ ਕੁਐਸਚਨ ਪੁੱਛਿਆ ਅਲ ਨੀਨਾ ਕਿਹਨੂੰ ਕਹਿੰਦੇ ਆ, ਜਿਹੜੇ ਗਰਮ ਸਮੁੰਦਰੀ ਧਾਰਾ ਹੁੰਦੀ ਹੈ ਨਾ, ਵਾਰਮ ਓਸ਼ਨ ਕਰੰਟ ਉਹਨੂੰ ਅਸੀਂ ਕਹਿੰਦੇ ਆ। ਮੈਂਸ਼ਨ ਦੀ ਰੀਜਨ ਆਫ ਟਾਈਫੂਨਸ, ਸਮੁੰਦਰੀ ਤੂਫਾਨਾਂ ਦੇ ਖੇਤਰ ਦਾ ਉਲੇਖ ਕਰੋ, ਸਮੁੰਦਰੀ ਤੂਫਾਨ ਟਾਈਫੂਨ ਸਭ ਤੋਂ ਵੱਧ ਕਿੱਥੇ ਆਉਂਦੇ ਹਨ, ਚਾਈਨਾ ਸੀ ਵਿੱਚ ਆਉਂਦੇ ਹਨ। ਵਿਚ ਲੇਅਰ ਇਜ਼ ਨੀਅਰ ਦੀ ਅਰਥ ਸਰਫੇਸ, ਧਰਤੀ ਦੀ ਸਰਫੇਸ ਨਾਲ ਸਭ ਤੋਂ ਨੇੜੇ ਵਾਲੀ ਲੇਅਰ ਨੂੰ ਕੀ ਕਹਿੰਦੇ ਆ, ਟ੍ਰੋਪੋਸਫੀਅਰ ਕਹਿੰਦੇ ਆ। ਵਟ ਇਜ਼ ਦੀ ਐਟਮੋਸਫੀਅਰ ਸਭ ਤੋਂ ਬਾਹਰਲੀ ਜਿਹੜੀ ਪਰਤ ਹੁੰਦੀ ਹੈ ਉਹ ਕਿਹੜੀਆਂ ਹੈਗੀਆਂ, ਦੈਟ ਇਜ਼ ਥਰਮੋਸਫੀਅਰ ਐਂਡ ਥਰਮੋਸਫੀਅਰ ਹੈਗੀ ਹੈ, ਜਾਂ ਫਿਰ ਐਕਸੋਸਫੀਅਰ ਹੈ, ਜਾਂ ਫਿਰ ਮੈਗਨੇਟੋਸਫੀਅਰ ਹੈਗੀ ਹੈ। ਹੁਣ ਜਿਹੜੀ ਐਕਸੋਸਫੀਅਰ ਜੇ ਇਕੱਲੀ ਆਪਸ਼ਨ ਹੁੰਦੀ ਨਾ ਅਸੀਂ ਇਹਨੂੰ ਲਗਾ ਦੇਣਾ ਸੀ, ਲੇਕਿਨ ਮੈਗਨੇਟੋਸਫੀਅਰ ਵੀ ਇਹਦੇ ਵਿੱਚ ਹੀ ਪਾਈ ਜਾਂਦੀ ਹੈ, ਇਸ ਲਈ ਬੀ ਔਰ ਸੀ ਆਪਸ਼ਨ ਦੋਨੋਂ ਆਉਣਗੀਆਂ। ਡਿਊਰਿੰਗ ਦੀ ਇਕੁਇਨੋਕਸ, ਇਕੁਇਨੋਕਸ ਦੇ ਦੌਰਾਨ ਕੀ ਹੁੰਦਾ ਹੈਗਾ ਹੈ, ਦੀ ਸਨ ਸ਼ਾਈਨਸ ਵਰਟੀਕਲੀ ਓਵਰ ਦੀ ਇਕੁਏਟਰ, ਕਿ ਸਨ ਇਕੁਏਟਰ ਦੇ ਵਰਟੀਕਲੀ ਆ ਜਾਂਦਾ ਹੈ। ਸਨ ਸ਼ਾਈਨ ਟੇਜੈਂਸ਼ਲੀ ਐਟ ਦੀ ਪੋਲਸ, ਸਨ ਕਿਹੜਾ ਪੋਲਸ ਦੇ ਬਿਲਕੁਲ ਟੇਜਨ 'ਤੇ ਹੁੰਦਾ ਹੈ। ਸਨ ਲਾਈਟ ਇਜ਼ ਇਕੁਅਲ ਟੂ ਆਲ ਦੇ ਪੈਰਲਰਸ, ਹੁਣ ਇਹਦਾ ਮਤਲਬ ਹਰ ਇੱਕ ਚਾਹੇ ਤੁਸੀਂ ਜਿਹੜੇ ਮਰਜ਼ੀ ਦਾ ਲਾਈਨ ਦਾ ਮਤਲਬ ਲੈ ਲਓ, ਹਰ ਇੱਕ ਦਾ ਲਾਈਨ ਦਾ ਮਤਲਬ ਇਹ ਹੁੰਦਾ ਕਿ ਇਕੁਇਨੋਕਸ ਹੈ, ਮਤਲਬ ਕਿ ਉਹ ਜਿਹੜੀ ਕਿ ਸਨ ਦੀ ਉਹ ਜਿਹੜੀ ਲਾਈਟ ਹੈਗੀ ਹੈ ਉਹਦੇ 'ਤੇ ਇਕੁਏਟਰ 'ਤੇ ਡਾਇਰੈਕਟ ਪੈ ਰਹੀ ਹੈਗੀ ਹੈ, ਉਹਨੂੰ ਕਹਿੰਦੇ ਇਕੁਇਨੋਕਸ। ਹਾਊ ਮੈਨੀ ਪ੍ਰੈਸ਼ਰ ਬੈਲਟ ਆਰ ਔਨ ਦੀ ਅਰਥ ਸਰਫੇਸ, ਅਰਥ ਸਰਫੇਸ 'ਤੇ ਕਿੰਨੀਆਂ ਦਬਾਅ ਪੱਟੀਆਂ ਹੈਗੀਆਂ, ਦੈਟ ਇਜ਼ 7। ਟੋਟਲ ਨੰਬਰ ਆਫ ਪ੍ਰੈਸ਼ਰ ਬੈਲਟ ਕਿੰਨੀਆਂ ਹੈਗੀਆਂ, 7 ਨੇ। ਵਟ ਡਸ ਦੀ ਰਿਕਟਰ ਸਕੇਲ ਮੇਜਰ, ਰਿਕਟਰ ਸਕੇਲ ਕੀ ਨਾਪਦਾ ਹੈ, ਇੰਟੈਂਸਿਟੀ ਆਫ ਦ ਐਨਰਜੀ ਲੀਸਡ ਬਾਈ ਦੀ ਅਰਥ ਕਿਊਬ, ਸੌਰੀ। ਦੇਖੀਏ ਜਿਹੜਾ ਕਿ ਇੰਟੈਂਸਿਟੀ ਨਾਪਣ ਵਾਲਾ ਹੈਗਾ ਉਹਨੂੰ ਕਹਿੰਦੇ ਸੀ ਰਿਕਟਰ ਸਕੇਲ ਕਹਿੰਦੇ ਆ, ਭੂਚਾਲ ਦੀ ਤੀਬਰਤਾ ਨਾਪਦਾ ਹੈ। ਵਿਚ ਇੰਸਟਰੂਮੈਂਟ ਮੇਜਰ ਹਿਊਮਿਡਿਟੀ, ਹਿਊਮਿਡਿਟੀ ਨਾਪਣ ਲਈ ਕਿਹੜਾ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ, ਦੈਟ ਇਜ਼ ਏ ਤੇ ਬੀ ਦੋਨੋਂ ਆਪਸ਼ਨ। ਹਾਈਡਰੋਮੀਟਰ ਵੀ ਯੂਜ਼ ਕੀਤਾ ਜਾਂਦਾ ਅਤੇ ਸਲਿੰਗ ਸਾਈਕੋਮੀਟਰ ਵੀ ਯੂਜ਼ ਕੀਤਾ ਜਾਂਦਾ ਹੈ, ਪੈਰੀਮੀਟਰ ਨਹੀਂ ਆਏਗਾ, ਬਾਕੀ ਦੋਨੋਂ ਆਪਸ਼ਨਸ ਆਉਣਗੀਆਂ। ਆਇਡੈਂਟੀਫਾਈ ਦੀ ਟਾਈਪ ਆਫ ਪ੍ਰੈਸੀਪੀਟੇਸ਼ਨ, ਪ੍ਰੈਸੀਪੀਟੇਸ਼ਨ ਦੀ ਕੀ ਟਾਈਪ ਹੈਗੀ ਹੈ, ਕਨਵੈਂਸ਼ਨ, ਓਰੋਗ੍ਰਾਫਿਕ, ਫਰੋਂਟਲ, ਇਹ ਸਾਰੀਆਂ ਹੀ ਹੁੰਦੀਆਂ ਨੇ। ਵਟ ਇਜ਼ ਦੀ ਲੈਟਿਨ ਨੇਮ ਆਫ ਰੇਨ ਕਲਾਊਡ, ਜਿਹੜਾ ਕਿ ਬਰਖਾ ਵਾਲੇ ਬੱਦਲ ਹੈ ਉਹਨਾਂ ਦਾ ਲਾਤੀਨੀ ਨੇਮ ਕੀ ਹੁੰਦਾ ਹੈ, ਦੈਟ ਇਜ਼ ਨਿੰਬਲਸ ਵੀ ਕਹਿੰਦੇ ਨੇ। ਅੱਗੇ ਹੈਗਾ ਪੈਡੋਲਾਜੀ ਇਜ਼ ਏ ਸਟੱਡੀ ਆਫ, ਪੈਡੋਲੋਜੀ ਕਿਹਦੀ ਸਟੱਡੀ ਹੈਗੀ ਹੈ, ਸੋਇਲਸ ਦੀ ਸਟੱਡੀ ਨੂੰ ਕਹਿੰਦੇ ਆ। ਵਟ ਆਕਸੀਡੇਸ਼ਨ ਆਫ ਰੌਕ ਲੀਡਸ ਟੂ, ਅਗਰ ਚਟਾਨਾਂ 'ਤੇ ਆਕਸੀਕਰਨ ਕੀਤਾ ਜਾਏ ਤਾਂ ਕੀ ਹੋ ਜਾਂਦਾ ਹੈ, ਡੀਕੰਪੋਜੀਸ਼ਨ ਹੋ ਜਾਂਦੀ ਹੈ।
ਵੇਅਰ ਇਜ਼ ਅ ਸਹਾਰਾ ਡੈਜ਼ਰਟ ਲੋਕੇਟਡ, ਸਹਾਰਾ ਡੈਜ਼ਰਟ ਕਿੱਥੇ ਹੈਗਾ, ਨਾਰਥ ਅਮਰੀਕਾ ਦੇ ਵਿੱਚ ਹੈਗਾ। ਹਾਊ ਏ ਵਲਕੈਨੋ ਇਜ਼ ਫੋਰਮਡ ਓਵਰ ਲੌਂਗ ਜਿਓਗ੍ਰਾਫੀਕਲ ਪੀਰੀਅਡ, ਲੰਬੇ ਭੂ ਵਿਗਿਆਨਿਕ ਕਾਲ ਦੌਰਾਨ ਇੱਕ ਜਵਾਲਾਮੁਖੀ ਕਿਵੇਂ ਬਣਦਾ ਹੈਗਾ, ਇਜੈਕਸ਼ਨ ਨਾਲ ਵੀ ਬਣਦਾ ਹੈ, ਕੂਲਿੰਗ ਨਾਲ ਵੀ ਬਣਦਾ ਹੈ, ਸੋਲੀਡੀਫਿਕੇਸ਼ਨ ਮਤਲਬ ਬੇਦਖਲੀ ਕਨਾਲ, ਸ਼ੀਤਲੀਕਰਨ ਨਾਲ, ਠੋਸਕਰਨ ਨਾਲ, ਇਹ ਦੀਆਂ ਸਾਰੀਆਂ ਆਪਸ਼ਨ ਹੁੰਦੀਆਂ ਕਿ ਵਲਕੈਨੋ ਜਿਹੜਾ ਫੋਰਮ ਬਣਦਾ ਹੈ ਓਵਰ ਲੌਂਗ ਜਿਓਲੋਜੀਕਲ ਪੀਰੀਅਡ ਦੇ ਵਿੱਚ। ਵਟ ਇਜ਼ ਦੀ ਪਰਮਿਟਿਵਿਟੀ ਆਫ ਦੀ ਰੌਕ, ਮਤਲਬ ਕਿ ਚਟਾਨ ਦੀ ਪ੍ਰਾਗਮੀਤਾ ਕੀ ਹੁੰਦੀ ਹੈ, ਟੂ ਅਲਾਓ ਵਾਟਰ ਟੂ ਪਾਸ ਥਰੂ ਏ ਰੌਕ, ਪਾਣੀ ਦੀ ਇੱਕ ਚਟਾਨ ਰਾਹੀਂ ਪਾਣੀ ਨੂੰ ਇੱਕ ਚਟਾਨ ਰਾਹੀਂ ਲੰਘਣ ਦੇਣ ਨੂੰ ਕੀ ਕਹਿੰਦੇ ਆ, ਪਰਮਿਟਿਵਿਟੀ ਆਫ ਦੀ ਰੌਕ। ਵਟ ਇਜ਼ ਦਾ ਮੀਨਿੰਗ ਆਫ ਆਰਕਿਊਪਿਲੇਗੋ, ਆਰਕਿਊਪਿਲੇਗੋ ਦਾ ਮਤਲਬ ਹੈਗਾ ਗਰੁੱਪ ਆਫ ਆਈਲੈਂਡਸ, ਜਦੋਂ ਦੀਪਾਂ ਦਾ ਸਮੂਹ ਹੋ ਜਾਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਆ ਅਸੀਂ, ਆਰਕਿਊਪਿਲੇਗੋ ਕਹਿੰਦੇ ਨੇ। ਵਿਚ ਕੰਟਰੀ ਇਜ਼ ਕਾਲਡ ਦੀ ਲੈਂਡ ਆਫ ਰਾਈਜ਼ਿੰਗ ਸਨ, ਸਭ ਤੋਂ ਪਹਿਲੇ ਨੰਬਰ 'ਤੇ ਸੂਰਜ ਕਿੱਥੇ ਚੜ੍ਹਦਾ ਹੈ, ਦੈਟ ਇਜ਼ ਇਨ ਜਾਪਾਨ ਦੇ ਵਿੱਚ। ਡੈਡ ਸੀ ਲਾਈਜ਼ ਬਿਟਵੀਨ, ਡੈਡ ਸੀ ਕਿਹਦੇ ਵਿਚਕਾਰ ਹੈਗਾ, ਦੈਟ ਇਜ਼ ਇਜ਼ਰਾਈਲ ਤੇ ਜੋਰਡਨ ਦੇ ਵਿਚਕਾਰ ਹੈਗਾ। ਇਹ ਕੁਐਸਚਨ ਬਹੁਤ ਹੀ ਵਾਰ ਰਿਪੀਟ ਹੋਇਆ ਹੈ, ਸੋ ਬੇਸਿਕਲੀ ਇਹ ਕੁਐਸਚਨ ਤੁਸੀਂ ਯਾਦ ਰੱਖਣਾ ਹੈ। ਡੈਡ ਸੀ ਕਿਹਦੇ ਵਿਚਕਾਰ ਹੁੰਦਾ ਹੈ, ਇਜ਼ਰਾਈਲ ਤੇ ਜੋਰਡਨ ਦੇ ਵਿਚਕਾਰ ਹੁੰਦਾ ਹੈ। ਇਨ ਦੀ ਪੋਲਸ ਏਰੀਆ ਸੈਲੀਨਿਟੀ ਇਜ਼, ਅਗਰ ਅਸੀਂ ਧਰੁਵੀ ਖੇਤਰਾਂ ਦੀ ਗੱਲ ਕਰੀਏ, ਖਾਰਾ ਪਾਣੀ ਉੱਥੇ ਕੀ ਹੁੰਦਾ ਹੈ, ਖਾਰਾਪਨ ਬਹੁਤ ਹੀ ਜ਼ਿਆਦਾ ਘੱਟ ਜਾਂਦਾ ਹੈ, ਲੋ ਹੋ ਜਾਂਦਾ ਹੈ, ਸੈਲੀਨਿਟੀ ਲੋ ਹੁੰਦੀ ਹੈ ਉੱਥੇ। ਵਿਚ ਫੋਰਸਿਸ ਓਪਰੇਟ ਇਨ ਦੀ ਫੋਰਮੇਸ਼ਨ ਆਫ ਟਾਈਡਸ ਨੂੰ ਬਣਨ ਲਈ ਕਿਹੜੀਆਂ ਫੋਰਸਿਸ ਲੱਗਦੀਆਂ ਹੈਗੀਆਂ, ਆਲ ਆਫ ਦੀ ਅਬਵ ਸਾਰੀਆਂ ਆਪਸ਼ਨਾਂ ਹੈਗੀਆਂ। ਦੈਟ ਇਜ਼ ਅਟਰੈਕਸ਼ਨ ਆਫ ਦੀ ਅਰਥ ਵੀ ਇੱਕ ਇਹਦਾ ਰੀਜ਼ਨ ਹੈਗਾ ਟਾਈਡ ਦੇ ਪਿੱਛੇ, ਅਟਰੈਕਸ਼ਨ ਫੋਰਸ ਆਫ ਮੂਨ ਵੀ ਹੈਗਾ ਰੀਜ਼ਨ, ਤੇ ਅਟਰੈਕਸ਼ਨ ਫੋਰਸ ਆਫ ਸਨ, ਸਾਰੇ ਰੀਜ਼ਨ ਹੈਗੇ ਆ। ਵਟ ਇਜ਼ ਪਰਸੈਂਟੇਜ ਸੋਡੀਅਮ ਕਲੋਰਾਈਡ ਇਨ ਕੰਪੋਜੀਸ਼ਨ ਆਫ ਸੀ ਵਾਟਰ, ਪਾਣੀ ਜਿਹੜਾ ਸਮੁੰਦਰੀ ਪਾਣੀ ਹੁੰਦਾ ਨਾ, ਇਹਦੇ ਵਿੱਚ ਸੋਡੀਅਮ ਕਲੋਰਾਈਡ ਦੀ ਕਿੰਨੀ ਪ੍ਰਤੀਸ਼ਤ ਮਾਤਰਾ ਹੁੰਦੀ ਹੈ, ਦੈਟ ਇਜ਼ 77.8% ਹੁੰਦੀ ਹੈ ਮਾਤਰਾ। ਇਨ ਏਰੀਆ ਇੰਡੀਆ ਇਜ਼ ਦੀ ਲਾਰਜੈਸਟ ਕੰਟਰੀ ਇਨ ਦੀ ਵਰਲਡ, ਏਰੀਆ ਦੇ ਖੇਤਰਫਲ ਦੇ ਹਿਸਾਬ ਨਾਲ ਜਿਹੜੀ ਧਰਤੀ ਸਾਡੀ ਹੈਗੀ ਆ ਇੰਡੀਆ, ਉਹਦੇ ਵਿੱਚ 7ਵੇਂ ਨੰਬਰ 'ਤੇ ਆਉਂਦਾ ਹੈ। ਵਟ ਇਜ਼ ਐਵਰੇਜ ਐਲੀਵੇਸ਼ਨ ਆਫ ਦੀ ਸ਼ਿਵਾਲਿਕ ਦੀ ਉਚਾਈ ਕਿੰਨੀ ਹੈਗੀ ਹੈ, 900 ਤੋਂ 1000 ਮੀਟਰ ਤੱਕ ਦੀ ਸ਼ਿਵਾਲਿਕ ਦੀ ਉਚਾਈ ਹੈਗੀ ਹੈ। ਆਈਡੈਂਟੀਫਾਈ ਦੀ ਹਿਮਾਲਯਨ ਰਿਵਰ ਸਿਸਟਮ, ਜਿਹੜਾ ਹਿਮਾਲਿਆ ਦਰਿਆ ਪ੍ਰਣਾਲੀ ਹੈ, ਇਹਦੇ ਵਿੱਚ ਤੁਸੀਂ ਦੱਸਣਾ ਕੌਣ ਆਉਂਦਾ ਹੈਗਾ, ਇੰਦਸ ਸਿਸਟਮ ਵੀ ਇਹਦੇ ਵਿੱਚ ਹੀ ਹੈ, ਗੰਗਾ ਵੀ ਇਹਦੇ ਵਿੱਚ ਹੀ ਹੈ, ਅਤੇ ਬ੍ਰਹਮਪੁੱਤਰਾ, ਸਾਰੇ ਦੇ ਸਾਰੇ ਇਹਦੇ ਵਿੱਚੋਂ ਹੀ ਨਿਕਲਦੇ ਹਨ, ਹਿਮਾਲਿਆ ਰਿਵਰ ਸਿਸਟਮ ਕਿਹਾ ਜਾਂਦਾ ਇਹਨਾਂ ਨੂੰ। ਵਿਚ ਸਟੇਟ ਇਜ਼ ਇਨ ਇੰਡੀਆ ਇਜ਼ ਨਾਊਨ ਫॉर ਅਰਲੀ ਸਨਰਾਈਜ਼, ਅਗਰ ਅਸੀਂ ਸਿਰਫ ਇੰਡੀਆ ਦੀ ਗੱਲ ਕਰੀਏ ਤਾਂ ਕੌਣ ਹੈਗਾ, ਅਰੁਣਾਚਲ ਪ੍ਰਦੇਸ਼ ਹੈਗਾ, ਉਹ ਪਹਿਲੇ ਨੰਬਰ 'ਤੇ ਆਉਂਦਾ ਹੈ। ਵਿਚ ਸਟੇਟ ਇਨ ਇੰਡੀਆ ਇਜ਼ ਨਾਊਨ ਬਾਈ ਦੀ ਨੇਮ ਆਫ ਬਲੈਕ ਵਾਟਰ ਦੇ ਨਾਮ 'ਤੇ ਕਿਹੜੀ ਜਗ੍ਹਾ ਨੂੰ ਜਾਇਆ ਜਾਂਦਾ ਹੈ, ਦੈਟ ਇਜ਼ ਇਨ ਅੰਡੇਮਾਨ ਅਤੇ ਨਿਕੋਬਾਰ ਦੀ ਜਗ੍ਹਾ ਨੂੰ ਜਾਣਿਆ ਜਾਂਦਾ ਹੈ। ਵਿਚ ਏਰੀਆ ਇਜ਼ ਨੋਟ ਲਿੰਕ ਟੂ ਦ ਇੰਡੀਅਨ ਓਸ਼ਨ ਦੇ ਨਾਲ ਕਿਹੜਾ ਏਰੀਆ ਲਿੰਕ ਨਹੀਂ ਹੈ, ਦੈਟ ਇਜ਼ ਆਰਕਟਿਕ ਜਿਹੜਾ ਏਰੀਆ ਹੈ ਇੰਡੀਅਨ ਓਸ਼ਨ ਦੇ ਨਾਲ ਰਿਲੇਟਡ ਨਹੀਂ ਹੈ। ਪਲੇਸ ਪੰਜਾਬ ਇਜ਼ ਵਨ ਆਫ ਦੀ ਫਿਜ਼ੀਓਗ੍ਰਾਫਿਕ ਯੂਨਿਟ, ਕਹਿੰਦੇ ਕਿ ਪੰਜਾਬ ਨੂੰ ਕਿਸੇ ਇੱਕ ਪ੍ਰਮਾਣਿਕ ਇਕਾਈ ਵਿੱਚ ਲਿਖੋ। ਪੰਜਾਬ ਕੀ ਹੈਗਾ ਹੈ, ਇੰਡਸ, ਗੰਗਾ, ਬ੍ਰਹਮਪੁੱਤਰਾ ਪਲੇਨ ਹੈਗੇ ਆ। ਆਈ ਥਿੰਕ ਸੋ ਇਹਦੀ ਆਪਸ਼ਨ ਅਸੀਂ ਗਲਤ ਲਗਾਈ ਹੈ, ਤੁਸੀਂ ਗੂਗਲ 'ਤੇ ਚੈੱਕ ਕਰਕੇ ਜ਼ਰੂਰ ਦੱਸਣਾ ਕਿ ਪੰਜਾਬ ਨੂੰ ਅੱਗੇ ਫਿਜ਼ੀਓਗ੍ਰਾਫਿਕ ਯੂਨਿਟ ਬੇਸਿਸ ਵੰਡਿਆ ਜਾਏ ਤਾਂ ਕਿਹੜੇ ਏਰੀਆ ਵਿੱਚ ਆਉਂਦਾ ਹੈ। ਇੰਡਸ ਗੰਗਾ ਦੇ ਵਿੱਚ ਤਾਂ ਹੈ, ਬ੍ਰਹਮਪੁੱਤਰਾ ਤੋਂ ਬਹੁਤ ਦੂਰ ਚਲੀ ਜਾਂਦੀ ਹੈ, ਅਸੀਂ ਅਗਰ ਪੰਜਾਬ ਦੀ ਗੱਲ ਨਹੀਂ ਕਰੀਏ। ਸੋ ਬੇਸਿਕਲੀ ਤੁਸੀਂ ਇਹਨੂੰ ਗੂਗਲ ਕਰਕੇ ਮੈਨੂੰ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ 73 ਦਾ ਕੀ ਆਨਸਰ ਆਏਗਾ। ਵਟ ਇਜ਼ ਦ ਪਰਸੈਂਟੇਜ ਆਫ ਲੈਂਡ ਏਰੀਆ ਅੰਡਰ ਦੀ ਪਲੇਨਸ ਇਨ ਇੰਡੀਆ, ਇੰਡੀਆ ਦੇ ਵਿੱਚ ਲੈਂਡ ਏਰੀਆ ਕਿੰਨਾ ਹੈਗਾ, 43% ਹੈਗਾ। ਵਿਚ ਸੋਇਲ ਟਾਈਪ ਇਜ਼ ਪ੍ਰੀਡੋਮੀਨੇਟ ਇਨ ਪੰਜਾਬ ਸਭ ਤੋਂ ਵੱਧ ਜਿਹੜੀ ਸੋਇਲ ਕਿਹੜੀ ਪਾਈ ਜਾਂਦੀ ਹੈ, ਐਲੂਵੀਅਲ ਸੋਇਲ ਪਾਈ ਜਾਂਦੀ ਹੈ, ਮਤਲਬ ਕਿ ਜਲੋੜ ਮਿੱਟੀ ਪਾਈ ਜਾਂਦੀ ਹੈ। ਹੁਣ ਅੱਗੇ ਇਕਨੋਮਿਕ ਸੈਕਸ਼ਨ ਸਟਾਰਟ ਹੋ ਗਿਆ ਹੈ ਸਾਡਾ। ਅੱਜ ਦਾ ਜਿਓਗ੍ਰਾਫੀ ਦਾ ਸੈਕਸ਼ਨ ਸਿਰਫ ਇੰਨਾ ਸੀ, ਔਰ ਹੋਪਸੋ ਤੁਸੀਂ ਮੇਰਾ ਇਹ ਲੈਕਚਰ ਸੈਸ਼ਨ ਪਸੰਦ ਕੀਤਾ ਹੋਏਗਾ। ਅਗਰ ਤੁਸੀਂ ਐਵੇਂ ਹੀ ਹੋਰ ਵੀਡੀਓਜ਼ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ। ਮੈਂ ਨੇਬ ਤਹਿਸੀਲਦਾਰ ਦੇ ਐਗਜ਼ਾਮ ਦੇ ਲਈ ਜਿੰਨੇ ਵੀ ਜੀਕੇ ਸਾਡੀ ਔਰ ਜੀਐਸ ਸਾਨੂੰ ਚਾਹੀਦੀ, ਅਸੀਂ ਉਹਦੀ ਸੀਰੀਜ਼ ਬਣਾ ਰਹੀ ਹਾਂ। ਜਿੰਨੇ ਚਿਰ ਪੇਪਰ ਨਹੀਂ ਹੋਏ ਉਹਨਾਂ ਚਿਰ ਤੁਹਾਡੇ ਪੇਪਰ ਦੀ ਤਿਆਰੀ ਮੈਂ ਹੀ ਕਰਵਾਵਾਂਗੀ, ਮੇਰੇ ਨਾਲ ਜੁੜੇ ਰਹੀਏ। ਅਤੇ ਕਰੰਟ ਅਫੇਅਰ ਦਾ ਨਵਾਂ ਸੈਸ਼ਨ ਵੀ ਅਸੀਂ ਸਟਾਰਟ ਕੀਤਾ ਹੈ। ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿ ਕਰੰਟ ਅਫੇਅਰ ਅਸੀਂ ਕਿੱਥੋਂ ਪੜ੍ਹੀਏ, ਅਤੇ ਅਸੀਂ 6 ਤੋਂ 8 ਮਹੀਨੇ ਵਿੱਚ ਸਿਲੇਬਸ ਵਿੱਚ ਮੈਨਸ਼ਨ ਕੀਤਾ ਗਿਆ ਹੈ, ਅਸੀਂ ਉਹ ਸਾਰਾ ਦਾ ਸਾਰਾ ਕਵਰ ਕਰ ਲੈਣਾ। ਸਿਰਫ ਇੱਕ ਹੀ ਤੁਹਾਡੀ ਜ਼ਰੂਰਤ ਹੈ ਕਿ ਤੁਸੀਂ ਕੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਅਤੇ ਨਾਲ ਦੀ ਨਾਲ ਤੁਸੀਂ ਇਹ ਤੋਂ ਜ਼ਰੂਰ ਸਟੱਡੀ ਕਰਨਾ ਹੈ, ਤੁਹਾਡੀ ਪੇਪਰ ਵਿੱਚ ਬਹੁਤ ਹੈਲਪਫੁਲ ਹੋਏਗੀ। ਥੈਂਕ ਯੂ।